ਪਿੰਡ ਜੌਲੀਆਂ ਭਵਾਨੀਗੜ੍ਹ ਦੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਬੇਅਦਬੀ ਦੀ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਜੋ ਕਿ ਇੱਕ ਪਿੰਡ ਦੀ ਇਸਤਰੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤੇ ਔਰ ਪੰਜਾਬ ਦੇ ਵਿੱਚ ਜਦੋਂ ਤੋਂ ਬਰਗਾੜੀ ਵਾਲਾ ਜੋ ਹੈ ਬੇਅਦਬੀ ਵਾਲਾ ਮਸਲਾ ਹੋਇਆ, ਉਸ ਤੋਂ ਬਾਅਦ ਜਿਸ ਤਰ੍ਹਾਂ ਲੱਗਾ ਜੋ ਪੰਜਾਬ ਵਿੱਚ ਬੇਅਦਬੀ ਦੇ ਹੜ੍ਹ ਆ ਗਏ ਹੁੰਦੇ ਨੇ। ਨਿਤ ਨਵੇਂ ਤੋਂ ਨਵਾਂ ਜੋ ਬੇਅਦਬੀ ਦੇ ਤਰੀਕੇ, ਔਰ ਕਦੀ ਕਿਤੇ ਗੁਟਕਾ ਸਾਹਿਬ, ਕਿਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਇਹ ਜੋ ਘਟਨਾ ਇੱਥੇ ਵਾਪਰੀ ਹੈ ਪਿੰਡ ਜੌਲੀਆਂ ਦੇ ਵਿੱਚ, ਇਹ ਤਾਂ ਇੱਕ ਬੜੀ ਵੱਡੀ ਇੱਕ ਹਿੰਮਤ ਜੋ ਹੈ ਕਹਿ ਲਈਏ ਉਸ ਔਰਤ ਦੀ, ਵੀ ਉਹਨੂੰ ਆਪਣੀ ਮੌਤ ਦਾ ਡਰ ਵੀ ਨਹੀਂ ਲੱਗਾ ਵੀ ਜੇ ਕਿਸੇ ਨੇ ਦੇਖ ਲਿਆ। ਤੇ ਕਿਉਂ ਉੱਥੋਂ ਦਾ ਜੋ ਸੀਨ ਅਸੀਂ ਕੱਲ੍ਹ ਉੱਥੇ ਜਾ ਕੇ ਆਏ ਹਾਂ, ਜੋ ਦੇਖਿਆ, ਹਰ ਇੱਕ ਇਨਸਾਨ ਉੱਥੇ ਜਜ਼ਬਾਤੀ ਹੋ ਜਾਂਦਾ ਦੇਖ ਕੇ, ਔਰ ਇੰਨਾ ਗੁੱਸਾ ਆਉਂਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਸ ਸਰੂਪ ਦੇ, ਵੀ ਜੇ ਸ਼ਾਇਦ ਕਿਸੇ ਦੇ ਸਾਹਮਣੇ ਉਹ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਆ ਜਾਏ, ਮੇਰਾ ਖਿਆਲ ਹੈ ਕੋਈ ਉਸ ਨੂੰ ਛੱਡੇਗਾ ਨਹੀਂ ਜਿਉਂਦਾ। ਔਰ ਪੁਲਿਸ ਪ੍ਰਸ਼ਾਸਨ ਦੇ ਕੋਲ ਉਸ ਔਰਤ ਨੂੰ ਦੇ ਦਿੱਤਾ ਗਿਆ, ਤੇ ਪੁਲਿਸ ਪ੍ਰਸ਼ਾਸਨ ਦੇ ਦੋਨੋਂ ਪਾਸੇ ਹੱਥ ਬੰਨੇ ਹੁੰਦੇ ਨੇ, ਤੇ ਆਪਾਂ ਸਾਰੇ ਜਾਣਦੇ ਹਾਂ। ਤੇ ਜੈਸੀ ਸਜ਼ਾ ਐਸੇ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਮਿਲਣੀ ਚਾਹੀਦੀ ਹੈ, ਉਹ ਮਿਲਦੀ ਨਹੀਂ। ਵੱਧ ਤੋਂ ਵੱਧ ਉਹਦੇ ਤੇ ਕੇਸ ਪਾ ਦਿੱਤੇ ਜਾਣਗੇ, ਜੇਲ੍ਹ ਭੇਜ ਦਿੱਤਾ ਜਾਏਗਾ, ਕੇਸ ਚੱਲੇਗਾ, ਕੁਝ ਸਮਾਂ ਹੋਏਗਾ, ਜੁਰਮਾਨਾ ਪਏਗਾ, ਜਾਂ ਜੋ ਸਜ਼ਾ ਹੋਵੇਗੀ, ਫਿਰ ਬੇਲ ਹੋ ਜਾਂਦੀ ਹੈ, ਔਰ ਹੋ ਸਕਦਾ ਹੈ ਬਰੀ ਵੀ ਹੋ ਜਾਏ। ਜੇ ਸਜ਼ਾ ਵੀ ਹੋਗੀ 2-4 ਸਾਲ 10 ਸਾਲ, ਆਖਰ ਉਹ ਸਜ਼ਾ ਪੂਰੀ ਕਰਕੇ ਫਿਰ ਛੁੱਟ ਜਾਏਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਖਿਲਾਫ ਐਡੀ ਵੱਡੀ ਜੋ ਹੈ ਘਟਨਾ ਕਰਨ ਤੋਂ ਬਾਅਦ ਇਨਸਾਨ ਕੁਝ ਸਾਲ ਬਾਅਦ ਫਿਰ ਘਰ ਦੇ ਵਿੱਚ ਆਰਾਮ ਦੀ ਜ਼ਿੰਦਗੀ ਜੀਵੇ, ਇਹ ਜੋ ਹੈ ਬਰਦਾਸ਼ਤ ਤੋਂ ਬਾਹਰ ਹੈ। ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੱਧ ਤੋਂ ਵੱਧ, ਔਰ ਨਾਲ ਦੀ ਨਾਲ ਸਾਡਾ ਵੀ ਜੋ ਹੈ ਫਰਜ਼ ਬਣਦਾ ਹੈ। ਤੇ ਦੂਸਰੀ ਗੱਲ, ਉਸ ਨਗਰ ਦੇ ਵਿੱਚ ਜਦੋਂ ਕੱਲ੍ਹ ਅਸੀਂ ਗੁਰਦੁਆਰਾ ਸਾਹਿਬ ਗਏ, ਮਹਾਂਪੁਰਖ ਨਾਨਕਸਰ ਕਲੇਰਾਂ ਤੋਂ ਮੌਜੂਦਾ ਮੁਖੀ ਬਾਬਾ ਕਾਲਾ ਸਿੰਘ ਜੀ, ਉਹਨਾਂ ਦੇ ਜੋ ਹੈ ਮੈਸੇਜ ਤੇ ਹੋਰ ਬਹੁਤ ਸੰਪਰਦਾਵਾਂ ਦੇ ਮਹਾਂਪੁਰਖ ਉੱਤੇ ਪਹੁੰਚੇ, ਔਰ ਮਹਾਂਪੁਰਖ ਵੀ ਜਜ਼ਬਾਤੀ ਹੋਏ, ਔਰ ਅੱਖਾਂ 'ਚੋਂ ਪਾਣੀ ਵਹਿ ਰਿਹਾ ਸੀ, ਮਹਾਂਪੁਰਖਾਂ ਦੇ ਬਚਨ ਨਹੀਂ ਹੋ ਰਹੇ ਸਨ। ਕੈਸਾ ਉਹ ਸੀਨ ਸੀ ਜਿਹੜਾ ਕੱਲ੍ਹ ਦੇਖਿਆ, ਤੇ ਮੌਕੇ ਦਾ ਕੀ ਸੀਨ ਹੋਵੇਗਾ। ਐਸਾ ਮੰਜ਼ਰ, ਏਸੀ ਜਿਹੜੇ ਨੇ ਇਸ ਤਰ੍ਹਾਂ ਢਲੇ ਹੋਏ ਸਨ ਜਿਵੇਂ ਕੋਈ ਬਰਫ਼ ਦਾ ਗੋਲਾ ਢਲਿਆ ਹੁੰਦਾ ਹੈ ਪਾਣੀ ਦੀ ਤਰ੍ਹਾਂ। ਕਿੰਨਾ ਭਿਆਨਕ ਅੰਦਰ ਦਾ ਦ੍ਰਿਸ਼ ਹੋਏਗਾ, ਇੰਨੀ ਭਿਆਨਕ ਅੱਗ ਔਰ ਇੰਨਾ ਭਿਆਨਕ ਧੂਏ ਦਾ ਗੁਬਾਰ। ਔਰ ਉਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੰਨੇ ਔਖੇ ਸਮੇਂ ਦੇ ਵਿੱਚ, ਇੰਨੇ ਤਪਸ਼ ਦੇ ਵਿੱਚ, ਬਲਦੀਆਂ ਹੋਈਆਂ ਅੱਗ ਦੀਆਂ ਲਾਟਾਂ ਦੇ ਵਿੱਚ, ਧੂਏ ਦੇ ਗੁਬਾਰ ਦੇ ਵਿੱਚ ਹਿੰਮਤ ਕੀਤੀ ਅੰਦਰ ਜਾਣ ਦੀ, ਔਰ ਹਿੰਮਤ ਕਰਕੇ ਜਿਹੜੇ ਸੱਚਖੰਡ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਉੱਥੇ ਸੁਸ਼ੋਭਿਤ ਸਨ, ਉਹਨਾਂ ਨੂੰ ਜੋ ਹੈ ਬਾਹਰ ਲਿਆਂਦਾ। ਔਰ ਕੱਲ ਸਾਨੂੰ ਉਹਨਾਂ ਬੱਚਿਆਂ ਨੇ ਦੱਸਿਆ ਵੀ ਕੁਝ ਲੋਕ, ਉਹ ਹੁਣ ਆਪ ਹੀ ਸਮਝ ਜਾਣ, ਮੈਂ ਨਾਂ ਤੇ ਨਹੀਂ ਚਲੋ ਲੈਂਦਾ, ਉਹਨਾਂ ਨੂੰ ਵੀ ਪਤਾ ਹੈ, ਤੇ ਇਹ ਗੱਲ ਕਰਨ ਵਾਲੇ ਨੂੰ ਵੀ ਪਤਾ ਕਿਹਨੇ ਕੀਤੀ। ਉਹਨਾਂ ਬੱਚਿਆਂ ਨੂੰ ਇਹ ਗੱਲ ਕਹੀ ਕਿ ਤੁਸੀਂ ਬੇਅਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਨੰਗੇ ਸਿਰ ਤੁਸੀਂ ਗੁਰੂ ਸਾਹਿਬ ਨੂੰ ਅੰਦਰੋਂ ਲੈ ਕੇ ਆ ਗਏ, ਇਹ ਬੇਅਦਬੀ ਕੀਤੀ ਹੈ ਤੁਸੀਂ। ਮੈਂ ਐਡੇ ਵੱਡੇ ਇਹ ਬੁੱਧੀਜੀਵੀਆਂ ਨੂੰ, ਇਹਨਾਂ ਵਿਦਵਾਨਾਂ ਨੂੰ ਪੁੱਛਣਾ ਚਾਹੁੰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਦੇ ਵਿੱਚ ਜੂਝ ਰਹੇ ਹੋਣ, ਨਾਲ ਉਹਨਾਂ ਦੇ ਸਿੰਘ ਜੂਝ ਰਹੇ ਹੋਣ, ਔਰ ਆਪਣੇ ਉਹਨਾਂ ਦੇ ਸਿਰ ਤੋਂ ਦਮਾਲਾ ਲੈ ਜਾਏ ਕਿਸੇ ਸਿੰਘ ਦੇ, ਔਰ ਗੁਰੂ ਸਾਹਿਬ ਨੂੰ ਕਵੀ ਪਾਤਸ਼ਾਹ ਖੜ ਜੋ ਮੇਰਾ ਸਿਰ ਨੰਗਾ ਹੋ ਗਿਆ, ਮੈਂ ਕਿਲੇ ਵਿੱਚ ਜਾਣਾ, ਦੁਬਾਰੇ ਦਮਾਲਾ ਸਜਾ ਕੇ ਆਉਣਾ ਹੈ, ਤੇ ਤੁਸੀਂ ਇਕੱਲੇ ਹੀ ਇੱਥੇ ਜੋ ਹੈ ਜੰਗ ਦੇ ਵਿੱਚ ਜੂਝਦੇ ਰਹੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਚਲੋ ਸਰੂਪ ਦਾ ਬੜੀ ਵੱਡੀ ਬੇਅਦਬੀ ਹੋ ਗਈ। ਅਸੀਂ ਚਾਹੁੰਦੇ ਸੀ ਵੀ ਜਿੰਨਾ ਚਿਰ ਨੂੰ ਉਹ ਬੱਚੇ ਘਰ ਜਾਂਦੇ ਔਰ ਸਿਰਾਂ ਤੇ ਦਸਤਾਰਾਂ ਸਜਾਉਂਦੇ, ਉਹ ਜਿਹੜੇ 6
ਉਹਨਾਂ ਨੇ ਸਰੂਪ ਲਿਆਂਦੇ ਆ, ਉਹਨਾਂ ਦਾ ਵੀ ਬੇਅਦਬੀ ਅਸੀਂ ਇੰਤਜ਼ਾਰ ਕਰਦੇ। ਪਤਾ ਨਹੀਂ ਕੈਸੀ ਸਾਡੀ ਸੋਚ, ਇੰਨੀ ਜੋ ਹੈ ਘਿਰਣਿਤ ਸੋਚ ਸਾਡੀ ਹੋ ਗਈ। ਸਾਡਾ ਫਰਜ਼ ਬਣਦਾ ਸੀ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਦਾ, ਸਾਡਾ ਫਰਜ਼ ਬਣਦਾ ਸੀ ਉਹਨਾਂ ਬੱਚਿਆਂ ਨੂੰ ਜੋ ਹੈ ਹੌਸਲਾ ਹਿੰਮਤ ਦੇਣ ਦਾ, ਉਹਨਾਂ ਦੀ ਦਾਤ ਦੇਣੀ ਬਣਦੀ ਹੈ। ਔਰ ਉਹ ਜਿਹੜੀ ਪੌੜੀ ਜਿਹੜੀ ਕੱਲ ਅਸੀਂ ਅੱਖੀਂ ਦੇਖੀ ਲੋਹੇ ਦੀ ਪੌੜੀ, ਅੱਜ ਜਿੰਨੀ ਗਰਮੀ ਪੈ ਰਹੀ ਹੈ, ਕਿਤੇ ਦੁਪਹਿਰ ਦੇ ਸਮੇਂ ਧੁੱਪ ਦੇ ਵਿੱਚ ਪਿਆ ਹੋਇਆ ਕੁਝ ਲੋਹਾ ਇੰਨਾ ਗਰਮ ਹੋ ਜਾਂਦਾ, ਉਸ ਨੂੰ ਨੰਗੇ ਹੱਥ ਦੇ ਨਾਲ ਟੱਚ ਨਹੀਂ ਕੀਤਾ ਜਾ ਸਕਦਾ, ਉਹਨੂੰ ਸਪਰਸ਼ ਨਹੀਂ ਕੀਤਾ ਜਾ ਸਕਦਾ। ਤੇ ਜਿੱਥੇ ਪੂਰਾ ਹਾਲ ਅੱਗ ਦੇ ਨਾਲ ਭਰਿਆ ਹੋਵੇ ਔਰ ਧੂਆਂ ਇੰਨਾ ਅੱਗੇ ਦਿਖਦਾ ਕੁਛ ਨਾ ਹੋਏ, ਆਕਸੀਜਨ ਜ਼ੀਰੋ, ਧੂਏ ਨਾਲ ਭਰਿਆ ਹੋਇਆ, ਉੱਥੇ ਗੱਲਾਂ ਕਰਨ ਸੁਖਾਲੀਆਂ, ਔਖੇ ਪਾਲਣੇ ਬੋਲ, ਔਰ ਉਸ ਤਪਦੀ ਹੋਈ ਸੜਦੀ ਹੋਈ ਲੋਹੇ ਦੀ ਪੌੜੀ ਉੱਤੇ ਨੰਗੇ ਪੈਰ ਚੜ੍ਹ ਕੇ ਆਉਣਾ ਬੱਚਿਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ, ਔਰ ਮੈਂ ਤਾਂ ਇੱਥੋਂ ਤੱਕ ਕਹਿੰਦਾ, ਮੇਰੀ ਆਪਣੀ ਸੋਚ ਹੈ ਕਿ ਗੁਰੂ ਸਾਹਿਬ ਜੀ ਦੇ ਉਸ ਭਿਆਨਕ ਹਾਦਸੇ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਜੇ ਉਹਨਾਂ ਬੱਚਿਆਂ ਨੇ ਆਪਣੇ ਪੈਰਾਂ ਵਿੱਚ ਚੱਪਲਾਂ ਵੀ ਪਾਈਆਂ ਹੁੰਦੀਆਂ ਤਾਂ ਵੀ ਉਹ ਵਧਾਈ ਦੇ ਪਾਤਰ ਸਨ। ਉਹ ਜਿੱਥੇ ਜ਼ੀਰੋ ਆਕਸੀਜਨ ਹੋਵੇ, ਧੂਏ ਦਾ ਭਿਆਨਕ ਗੁਬਾਰ ਹੋਵੇ, ਅੱਗ ਦੀਆਂ ਵਿਸ਼ਾਲ ਲਾਟਾਂ ਹੋਣ ਔਰ ਪੂਰਾ ਹਾਲ, ਗੱਲਾਂ ਕਰਨ ਵਾਲਿਓ ਕਿਤੇ ਇਹੋ ਜਿਹੇ ਮੰਜ਼ਰ ਦੇ ਵਿੱਚ ਜਾ ਕੇ ਦੇਖੋ, ਫਿਰ ਪਤਾ ਲੱਗਦਾ ਹੈ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਇਸ ਬਹਾਦਰੀ ਨੂੰ ਸਲਾਮ ਹੈ ਜਿਨ੍ਹਾਂ ਨੇ ਇੰਨਾ ਹੌਸਲਾ ਕੀਤਾ। ਔਰ ਕੱਲ ਮਾਈਆਂ ਵਿਚਾਰੀਆਂ ਰੋ ਰਹੀਆਂ ਸਨ, ਉਹਨਾਂ ਦੀਆਂ ਮਾਵਾਂ ਰੋ ਰਹੀਆਂ ਸਨ ਵੀ ਪਤਾ ਨਹੀਂ ਸਾਡੇ ਬੱਚਿਆਂ ਕੋਲ ਕਿੱਡੀ ਵੱਡੀ ਗਲਤੀ ਹੋ ਗਈ। ਤੇ ਹੁਣ ਇੱਥੇ ਜਿਹੜਾ ਧਿਆਨ ਦਈਏ, ਜਿਨ੍ਹਾਂ ਬੱਚਿਆਂ ਦਾ ਅਸੀਂ ਦਿਲ ਤੋੜ ਦਿੱਤਾ, ਜਿਨ੍ਹਾਂ ਬੱਚਿਆਂ ਦੀ ਏਡੀ ਵੱਡੀ ਕੁਰਬਾਨੀ ਨੂੰ ਮਿੱਟੀ 'ਚ ਰੋਲ ਕੇ ਰੱਖ ਦਿੱਤਾ, ਤੇ ਜੇ ਕੱਲ ਨੂੰ ਦੁਬਾਰੇ ਕੋਈ ਐਸਾ ਹਾਦਸਾ ਹੁੰਦਾ, ਕੋਈ ਵੀ ਅੱਗੇ ਨਹੀਂ ਵਧੇਗਾ। ਪਤਾ ਨਹੀਂ ਸਾਡੇ ਕੋਲ ਕੀ ਗਲਤੀ ਹੋ ਜਾਣੀ ਹੈ। ਪਰ ਯਾਦ ਰਹੇ, ਗੱਲਾਂ ਸੌਖੀਆਂ ਨੇ ਕਰਨੀਆਂ। ਐਸੇ ਭਿਆਨਕ ਹਾਦਸੇ ਜਦੋਂ ਹੁੰਦੇ, ਉੱਥੇ ਜਾਣਾ ਬੜਾ ਔਖਾ ਹੈ, ਤਨ ਨੂੰ ਸੇਕ ਲਵਾਉਣਾ ਪੈਂਦਾ, ਔਰ ਇੰਨਾ ਭਿਆਨਕ ਉੱਥੇ ਧੂਆਂ, ਅੰਦਰ ਨਜ਼ਰ ਕੁਝ ਵੀ ਨਹੀਂ ਆ ਰਿਹਾ ਸੀ। ਪਤਾ ਨਹੀਂ ਕਿਵੇਂ ਉਹਨਾਂ ਬੱਚਿਆਂ ਨੇ ਪੌੜੀਆਂ ਲੱਭੀਆਂ, ਪੌੜੀਆਂ ਤੇ ਚੜੇ, ਅੱਗ ਵਰਗੀਆਂ ਪੌੜੀਆਂ, ਔਰ ਚਾਰੇ ਪਾਸੇ ਅੱਗ ਹੀ ਅੱਗ ਹੈ। ਫਿਰ ਗੁਰੂ ਸਾਹਿਬ ਕੋਲ ਪਹੁੰਚੇ, ਫਿਰ ਪਾਤਸ਼ਾਹ ਜੀ ਦੇ ਸਰੂਪ ਉਹ ਬਾਹਰ ਲੈ ਕੇ ਆਏ। ਤੇ ਕੀ ਅਸੀਂ ਚਾਹੁੰਦੇ ਸੀ ਵੀ ਜਿਹੜਾ ਗੁਰੂ ਸਾਹਿਬ ਪ੍ਰਕਾਸ਼ ਸਨ, ਉਹਨਾਂ ਨਾਲ ਜਿਹੜੀ ਘਟਨਾ ਵਾਪਰੀ ਉਹਨਾਂ ਦੇ ਨਾਲ ਵੀ ਵਾਪਰ ਜਾਂਦੇ, ਜਿੰਨੇ ਚਿਰ ਨੂੰ ਉਹ ਘਰ ਜਾਂਦੇ ਪੱਗਾਂ ਬੰਨ੍ਹਣ ਵਾਸਤੇ, ਕਿਉਂਕਿ ਬੜੀ ਤੇਜ਼ੀ ਦੇ ਨਾਲ ਇਹ ਜੋ ਘਟਨਾਕ੍ਰਮ ਹੋਇਆ ਉੱਥੇ। ਨਿੰਦਾ ਕਰਦੇ ਆ ਉਹਨਾਂ ਦੀ ਜਿਨ੍ਹਾਂ ਨੇ ਇਹਨਾਂ ਬੱਚਿਆਂ ਦਾ ਮਨ ਤੋੜਿਆ। ਔਰ ਮਹਾਂਪੁਰਖ ਸੰਤ ਬਾਬਾ ਘਾਲਕ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਕੱਲ ਉਹਨਾਂ ਬੱਚਿਆਂ ਨੂੰ ਸੱਦ ਕੇ ਉਹਨਾਂ ਦੀ ਬਹਾਦਰੀ ਦੇ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ, ਔਰ ਇੱਥੋਂ ਤੱਕ ਵੀ ਕਿਹਾ, ਬੱਚਿਓ ਤੁਹਾਨੂੰ ਸਨਮਾਨਿਤ ਵੀ ਕਰਾਂਗੇ, ਔਰ ਜੋ ਸਾਡੇ ਵਾਸਤੇ ਤੁਹਾਡਾ ਹੁਕਮ ਹੈ, ਸੇਵਾ, ਜੋ ਵੀ ਸੇਵਾ ਲਓ, ਅਸੀਂ ਕਰਨ ਨੂੰ ਤਿਆਰ ਹਾਂ। ਇਹ ਹੈ ਬੱਚਿਆਂ ਦੀ ਹੌਸਲਾ ਅਫਜ਼ਾਈ। ਤੇ ਜੇ ਆਪਾਂ ਕਹਿ ਦਿੰਦੇ ਇਸ ਤਰ੍ਹਾਂ, ਕਿਸੇ ਨੇ ਉੱਥੇ ਆਪਣਾ ਪਟਿਆਲੇ ਤੇ ਸੰਗਰੂਰ ਹਾਈਵੇ ਦੇ ਉੱਤੇ ਬਹਿ ਕੇ 2 ਮਿੰਟ ਅਸੀਂ ਜਿੰਨਾ ਚਿਰ ਤੱਕ ਇਹਦਾ ਮਸਲੇ ਦਾ ਹੱਲ ਨਹੀਂ ਹੁੰਦਾ, ਇੱਥੋਂ ਜਾਵਾਂਗੇ ਨਹੀਂ, ਉੱਠ ਕੇ ਸ਼ਾਮ ਤੱਕ ਨਹੀਂ ਬਹਿ ਸਕੇ। ਆ ਬਰਗਾੜੀ ਦੇ ਵਿੱਚ ਲਾਇਆ ਸੀ ਨਾ ਮੋਰਚਾ ਆਪਾਂ, ਤੇ ਜਦੋਂ ਸਿੱਟੇ ਤੇ ਪਹੁੰਚਣ ਲੱਗਾ ਉਦੋਂ ਉੱਠ ਕੇ ਭੱਜ ਗਏ। ਉਦੋਂ ਕਿਉਂ ਨਹੀਂ ਅਸੀਂ ਮੋਰਚਾ ਫਤਿਹ ਕਰ ਲਿਆ? ਇਸ ਤਰ੍ਹਾਂ ਮੋਰਚੇ ਫਤਿਹ ਨਹੀਂ ਹੁੰਦੇ, ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਗੱਲਾਂ ਕਰਨ ਤੋਂ ਪਹਿਲਾਂ ਸੋਚਿਆ ਕਰੋ। ਠੀਕ ਹੈ, ਫਰਜ਼ ਬਣਦਾ ਸਾਰੇ ਨਗਰਾਂ ਦਾ, ਕਮੇਟੀਆਂ ਦਾ ਫਰਜ਼ ਬਣਦਾ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ ਪਹਿਰੇਦਾਰ ਜਾਂ ਦੇਖ ਰੇਖ ਵਾਸਤੇ ਰੱਖੇ। ਉਹ ਤਰੀਕਾ ਹੈ ਕਹਿਣ ਦਾ, ਉਹਨਾਂ ਨੂੰ ਪਿਆਰ ਨਾਲ ਸਮਝਾਈਏ, ਭਾਈ ਜੇ 60, 70 ਜਾਂ 100 ਘਰ ਹੈ ਨਗਰ ਦਾ, ਤੇ 2-2.5 ਮਹੀਨਿਆਂ ਬਾਅਦ ਇੱਕ ਬੰਦੇ ਦੀ ਵਾਰੀ ਆਉਂਦੀ ਹੈ। ਤੇ ਜਾਂ ਜਿਹੜੇ ਬਜ਼ੁਰਗ ਨੇ, ਜਿਨ੍ਹਾਂ ਕੋਲ ਘਰ ਬੱਚੇ ਕੰਮ ਕਰਨ ਵਾਲੇ ਨੇ, ਉਹ ਇੱਧਰ ਉੱਧਰ ਬੈਠੇ ਹੁੰਦੇ ਨੇ, ਉਹ ਗੁਰੂ ਘਰ ਬਹਿ ਕੇ ਆਪਣਾ ਉੱਥੇ ਜੋ ਹੈ ਬਚਨ ਬਲਾਸ ਆਪਸ ਵਿੱਚ ਗੱਲਾਂ ਬਾਤਾਂ ਕਰਨ, ਨਾਲੇ ਪਹਿਰੇ ਦਾ ਪਹਿਰਾ, ਨਾਲੇ ਬਜ਼ੁਰਗਾਂ ਦਾ ਟਾਈਮ ਪਾਸ। ਇਹ ਤਰੀਕਾ ਹੈ ਕਹਿਣ ਦਾ। ਇੱਕ ਤੇ ਉਹਨਾਂ ਦੇ ਨਾਲ ਐਡਾ, ਉਹਨਾਂ ਦੇ ਗੁਰੂ ਘਰ, ਉਹਨਾਂ ਦੇ ਨਗਰ ਵਿੱਚ ਐਡਾ ਭਿਆਨਕ ਹਾਦਸਾ ਹੋਇਆ, ਤੇ ਦੂਸਰਾ ਉਹਨਾਂ ਦੇ ਉੱਤੇ ਜਾ ਕੇ ਅਸੀਂ ਰੋਹਬ ਝਾੜਦੇ ਹਾਂ, ਉਹਨਾਂ ਨੂੰ ਹੌਸਲਾ ਨਹੀਂ ਦੇ ਰਹੇ, ਉਹਨਾਂ ਨੂੰ ਗਲ ਨਾਲ ਨਹੀਂ ਲਾ ਰਹੇ। ਹੱਦ ਹੋ ਗਈ। ਸਾਡੀ ਵਿਦਵਤਾ ਕਿੱਧਰ ਗਈ? ਅਸੀਂ ਕੱਟੜੀ ਹੋ ਕੇ ਰਹਿ ਗਏ ਨਾ।
ਅਸੀਂ ਤੋੜਨ ਵਾਲਾ ਸਮਾਜ ਨੂੰ ਕੰਮ ਕਰਦੇ ਹਾਂ, ਜੋੜਨ ਵਾਲਾ ਕੰਮ ਨਹੀਂ ਕਰ ਰਹੇ। ਔਰ ਜਿੱਥੋਂ ਤੱਕ ਬੇਅਦਬੀ ਕਰਨ ਵਾਲਿਆਂ ਦੀ ਗੱਲ ਹੈ, ਉਹਨਾਂ ਨੂੰ ਖੁਦ ਫੜ ਕੇ ਆਪਾਂ ਕਦੇ ਪੁਲਿਸ ਨੂੰ ਨਹੀਂ ਦੇਣਾ, ਇੰਟੈਰੋਗੇਟ ਕਰੋ ਉਹਨਾਂ ਨੂੰ, ਕੁੱਟੋ ਮਾਰੋ। ਜੇ ਮਰ ਵੀ ਜਾਂਦੇ ਨੇ ਤਾਂ ਕੁਛ ਨਹੀਂ ਘਾਟਾ ਪੈਂਦਾ। ਮਰ ਜਾਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ। ਹੱਡੀਆਂ ਤੋੜ ਤੋੜ ਕੇ ਪੁੱਛੋ ਤੂੰ ਆਇਆ ਕਿੱਥੋਂ ਹੈ, ਤੈਨੂੰ ਭੇਜਿਆ ਕਿਸ ਨੇ ਹੈ। ਕੱਲੇ ਮੱਛਰ ਨੂੰ ਮਾਰਨ ਦੇ ਨਾਲ ਮਲੇਰੀਆ ਦਾ ਇਲਾਜ ਨਹੀਂ ਹੁੰਦਾ। ਉਸ ਸੋਮੇ ਨੂੰ ਜਿੱਥੋਂ ਮੱਛਰ ਪੈਦਾ ਹੁੰਦੇ ਨੇ ਮਲੇਰੀਆ ਵਾਲੇ, ਉਹਨੂੰ ਸੁਕਾਉਣ ਦੀ ਲੋੜ ਹੈ। ਤੇ ਜਦੋਂ ਇਹਨਾਂ ਨੂੰ ਫੜਾਂਗੇ ਨਾ ਆਪਾਂ, ਔਰ ਆਪਣੇ ਅੰਦਾਜ਼ ਦੇ ਨਾਲ ਉਹਨਾਂ ਦੀ ਸੇਵਾ ਜੋ ਕਰਾਂਗੇ ਤਰੀਕੇ ਨਾਲ, ਫਿਰ ਦੱਸਣਗੇ ਸਾਨੂੰ ਭੇਜਿਆ ਕਿੰਨੇ ਹੈ। ਅੱਜ ਇੱਕ ਨੂੰ ਤੁਸੀਂ ਪੁਲਿਸ ਨੂੰ ਫੜਾਤਾ, ਕੱਲ ਨੂੰ ਦੂਜਾ ਖੜਾ ਹੋ ਜਾਏਗਾ, ਪਰਸੋਂ ਤੀਜਾ ਖੜਾ ਹੋ ਜਾਏਗਾ। ਤਾਂ ਬੇਨਤੀ ਹੈ, ਜਿਹੜੇ ਬੱਚੇ ਨੇ ਹਿੰਮਤ ਕੀਤੀ ਹੈ ਨਾ, ਉਹਨਾਂ ਦੀ ਬਹਾਦਰੀ ਨੂੰ ਸਲਾਮ ਹੈ। ਤੇ ਉਹਨਾਂ ਨੂੰ ਹੌਸਲਾ ਦਈਏ, ਉਸ ਨਗਰ ਨੂੰ ਹੌਸਲਾ ਦਈਏ। ਉਸ ਨਗਰ ਦੇ ਨਾਲ ਖੜਨ ਦਾ ਸਾਡਾ ਫਰਜ਼ ਬਣਦਾ ਹੈ ਅੱਜ, ਨਾ ਕਿ ਉਹਨਾਂ ਦੀ ਸਗੋਂ ਬੇਇੱਜ਼ਤੀ ਕਰੀਏ ਜਾ ਕੇ ਆਪਾਂ। ਸੋ ਇਸ ਲਈ ਇਹੋ ਜਿਹੀਆਂ ਘਟਨਾ ਦੁਬਾਰੇ ਨਾ ਹੋਣ। ਸਾਰਾ ਪੰਥ, ਸਾਰੀ ਕੌਮ ਇਕਮੁੱਠ ਹੋਈਏ, ਇੱਕ ਸਟੇਜ ਤੇ ਆਈਏ ਔਰ ਵਿਚਾਰ ਕਰੀਏ ਵੀ ਇਹਦੇ ਬਾਰੇ ਸਰਕਾਰ ਦੀਆਂ ਨੀਤੀਆਂ ਆਪਣੀਆਂ, ਸਰਕਾਰ ਆਪਣਾ ਕੰਮ ਕਰਦੀ ਕਰੀ ਜਾਣ ਦਿਓ, ਆਪਾਂ ਕੀ ਕਰਨਾ ਹੈ, ਸਾਡੀ SGPC ਨੇ ਕੀ ਕਰਨਾ ਹੈ। ਸਾਡੇ ਕੌਮ ਦੇ ਜਿਹੜੇ ਠੇਕੇਦਾਰ ਨੇ, ਜਿਹੜੇ ਕਹਾਉਂਦੇ ਅਸੀਂ ਪ੍ਰੋਫੈਸਰ ਬੜੀਆਂ ਵੱਡੀਆਂ ਸਟੇਜਾਂ ਤੇ ਜਾ ਕੇ ਦਮਗਜੇ ਮਾਰਦੇ ਨੇ, ਔਰ ਜਿਵੇਂ ਉਹਨਾਂ ਬੱਚਿਆਂ ਦਾ ਹੌਸਲਾ ਤੋੜਨ ਵਾਲੇ ਨੇ, ਤੁਸੀਂ ਸੋਚੋ ਕੀ ਕਰਨਾ ਹੈ। ਗੱਲਾਂ ਬੜੀਆਂ ਸੌਖੀਆਂ ਕਰਨੀਆਂ, ਜਾ ਕੇ ਉਹਨਾਂ ਦੀ ਬਾਂਹ ਫੜੋ ਜਾ ਕੇ, ਫਿਰ ਪਤਾ ਲੱਗਦਾ। ਇਹ ਨਹੀਂ 1 ਘੰਟਾ 2 ਘੰਟਾ ਬਹਿ ਕੇ ਆ ਕੇ ਤੇ ਹੋ ਗਿਆ। ਅਸੀਂ ਵੀ ਜਾ ਕੇ ਆਏ, ਪਰ ਅਸੀਂ ਤੁਹਾਡੇ ਵਾਂਗੂ ਉਹਨਾਂ ਦਾ ਦਿਲ ਨਹੀਂ ਤੋੜ ਕੇ ਆਏ, ਉਹਨੂੰ ਹੌਸਲਾ ਦੇ ਕੇ ਆਏ ਆ। ਜਿੰਨੇ ਯੋਗ ਆ ਉਸ ਤੋਂ ਵੱਧ ਨਹੀਂ ਗੱਲ ਕੀਤੀ। ਇਹ ਨਹੀਂ ਦਮਗਜੇ ਮਾਰਦੇ ਆਹ ਕਰ ਦਿਆਂਗੇ, ਕੱਲ ਨੂੰ ਪਤਾ ਹੀ ਨਹੀਂ ਕਿੱਧਰ ਚਲੇ ਗਏ। ਸੋ ਇਸ ਵਾਸਤੇ ਗੁਰੇਜ਼ ਕਰੀਏ ਐਸੀਆਂ ਗੱਲਾਂ ਤੋਂ। ਉਸ ਨਗਰ ਦਾ ਹੌਸਲਾ ਵਧਾਈਏ। ਉਹ ਮਾਈਆਂ ਰੋ ਰਹੀਆਂ ਸਨ ਵੀ ਪਤਾ ਨਹੀਂ ਸਾਡੇ ਬੱਚਿਆਂ ਦੇ ਕੋਲੋਂ ਕਿੱਡਾ ਵੱਡਾ ਗੁਨਾਹ ਹੋ ਗਿਆ। ਜਿੰਨੇ ਮਹਾਂਪੁਰਖ ਸੀ ਸਾਰਿਆਂ ਨੇ ਉਹਨਾਂ ਦਾ ਹੌਸਲਾ ਦਿੱਤਾ। ਮਾਤਾ ਕੋਈ ਗੱਲ ਨਹੀਂ, ਤੁਹਾਡੀਆਂ ਕੁੱਖਾਂ ਨੂੰ ਜੋ ਹੈ ਇਹ ਵੱਡੇ ਭਾਗਾਂ ਵਾਲੀ ਉਹ ਤੁਹਾਡੀਆਂ ਕੁੱਖਾਂ ਵਿੱਚੋਂ ਐਸੇ ਬਹਾਦਰ ਬੱਚੇ ਪੈਦਾ ਹੋਏ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕਰਨ ਤੋਂ ਬਿਨਾਂ ਹੀ ਐਸੇ ਭਿਆਨਕ ਅੰਦਰ ਦੇ ਮੰਜ਼ਰ ਦੇ ਵਿੱਚ ਜਾ ਕੇ ਗੁਰੂ ਸਾਹਿਬ ਜੀ ਦੀ ਜੋ ਹੈ ਸੇਵਾ ਕੀਤੀ, ਗੁਰੂ ਸਾਹਿਬ ਨੂੰ ਬਾਹਰ ਲੈ ਕੇ ਆਏ। ਵੱਡੇ ਭਾਗਾਂ ਵਾਲੀਆਂ ਨੇ ਉਹ ਮਾਵਾਂ। ਕਿਤੇ ਕੋਈ ਗੁਨਾਹ ਨਹੀਂ ਹੋ ਗਿਆ, ਕੋਈ ਅਪਮਾਨ ਨਹੀਂ ਹੋ ਗਿਆ, ਸਗੋਂ ਗੁਰੂ ਸਾਹਿਬ ਦਾ ਜੋ ਹੈ ਸਤਿਕਾਰ ਹੋਇਆ ਹੈ। ਜਿੱਥੇ ਇੱਕ ਗੁਰੂ ਸਾਹਿਬ ਦਾ ਉੱਥੇ ਅਪਮਾਨ ਹੋਇਆ ਤੇ 6 ਦਾ ਨਾਲ ਹੋਰ ਹੋ ਜਾਣਾ ਸੀ ਜੇ ਬੱਚੇ ਇੰਤਜ਼ਾਰ ਕਰਦੇ ਘਰ ਜਾ ਕੇ ਪੱਗਾਂ ਬੰਨ੍ਹਦੇ ਆ ਕੇ ਫੇਰ ਅਸੀਂ ਜਾਂਦੇ ਹਾਂ। ਨਹੀਂ ਬੱਚਿਓ, ਵਧਾਈ ਦੇ ਪਾਤਰ ਹੋ। ਉਹਨਾਂ ਬੱਚਿਆਂ ਤੱਕ ਵੀ ਇਹ ਮੇਰੀ ਗੱਲ ਨੂੰ ਪਹੁੰਚਾਓ। ਅਸੀਂ ਧੰਨਵਾਦੀ ਹਾਂ ਤੁਹਾਡੇ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਵੀ ਗਏ, ਕੋਈ ਗੱਲ ਨਹੀਂ, ਪਰ ਤੁਸੀਂ ਸੇਵਾ ਕੀਤੀ ਹੈ। ਤੁਹਾਡੀ ਸੇਵਾ ਦਾ ਫਲ ਗੁਰੂ ਨਾਨਕ ਤੁਹਾਨੂੰ ਜ਼ਰੂਰ ਦੇਣਗੇ। ਔਰ ਪਰ ਕੋਸ਼ਿਸ਼ ਕਰੀਏ ਨਗਰਾਂ ਵਿੱਚ ਆਪਾਂ ਆਪਣੀ ਜ਼ਿੰਮੇਵਾਰੀ ਵਿਪਹਿਰੇ ਦੇਈਏ। ਜਿਹੜਾ ਬੰਦਾ ਅਨਨੋਨ ਆਉਂਦਾ ਹੈ, ਜਿਹਨੂੰ ਜਾਣਦੇ, ਇਹਨੂੰ ਪੁੱਛੀਏ ਬਈ ਕਿਉਂ ਆਇਆ, ਤੇਰਾ ਆਉਣ ਦਾ ਕਾਰਨ ਕੀ ਹੈ, ਫਿਰ ਪਤਾ ਲੱਗਦਾ ਹੈ ਵੀ ਹਾਂ ਸਾਡਾ ਗੁਰੂ ਨਾਲ ਪਿਆਰ ਹੈ। ਸੋ ਇਸ ਵਾਸਤੇ ਐਸੇ ਕੋਈ ਵੀ ਮੂੰਹ ਚੋਂ ਜ਼ਬਾਨ ਦੇ ਵਿੱਚੋਂ ਬੋਲ ਨਾ ਕੱਢੀਏ ਜਿਹੜੇ ਕਿਸੇ ਦੇ ਦਿਲ ਨੂੰ ਚੀਰ ਜਾਣ, ਔਰ ਕਿਤੇ ਉਹਨਾਂ ਦੀ ਹਿਰਦੇ ਦੇ ਵਿੱਚੋਂ ਨਿਕਲੀ ਹੋਈ ਆਵਾਜ਼ ਕਿਤੇ ਤੁਹਾਡਾ ਜੋ ਹੈ ਸੱਤਾ ਨੂੰ ਚਕਨਾਚੂਰ ਨਾ ਕਰਦਾ। ਕਿਉਂਕਿ ਲਿਖਿਆ ਹੈ, ਡਾਕਟਰ ਇਕਬਾਲ ਕਹਿੰਦਾ ਉਹ ਮਤ ਸੱਤਾ ਗਰੀਬ ਕੋ। ਉਹ ਜਿਹੜਾ ਪਹਿਲਾਂ ਹੀ ਜਿਹਦੇ ਨਾਲ ਐਡੀ ਵੱਡੀ ਘਟਨਾ ਵਾਪਰੀ ਹੈ, ਉਸ ਤੋਂ ਵੱਡਾ ਜੋ ਹੈ ਗਰੀਬ ਕਿਹੜਾ ਹੋ ਸਕਦਾ ਹੈ। ਮਤ ਸਤਾ ਗਰੀਬ ਕੋ, ਗਰੀਬ रो देगा जब सुनेगा खुदा तो जड़ से खो देगा। ਇੱਕ ਤਾਂ ਕੁਰਬਾਨੀਆਂ ਕਰ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ ਦਾ ਦਿਲ ਤੋੜ ਰਹੇ ਆ। ਗੁਰੇਜ਼ ਕਰੀਏ ਐਸੀਆਂ ਗੱਲਾਂ ਤੋਂ, ਉਹਨਾਂ ਦਾ ਮਾਣ ਕਰੀਏ, ਉਹਨਾਂ ਦਾ ਮਾਣ ਵਧਾਈਏ, ਉਹਨਾਂ ਦਾ ਧੰਨਵਾਦ ਕਰੀਏ, ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਔਰ ਇਹਨਾਂ ਮਾੜੀਆਂ ਗੱਲਾਂ ਤੋਂ ਗੁਰੇਜ਼ ਕਰਿਆ ਕਰੀਏ। ਨਿੰਦਾ ਵਾਲੀ ਅਵਸਥਾ ਤੋਂ ਥੋੜਾ ਬਾਹਰ ਆਈਏ। ਗੱਲਾਂ ਮੈਂ ਵੀ ਕਹੀਆਂ ਨੇ, ਪਰ ਦਿਲ ਦੁਖਿਆ ਕੱਲ ਜਦੋਂ ਉਹ ਸੰਗਤ ਰੋਈ, ਉੱਥੇ ਉਹ ਮਾਈਆਂ ਰੋਈਆਂ, ਉਹ ਬੱਚੇ ਰੋਏ ਜਿਨ੍ਹਾਂ ਨੇ ਇੱਕ ਤਾਂ ਸੇਵਾ ਕੀਤੀ ਗੁਰੂ ਸਾਹਿਬ ਦੀ, ਇੱਕ ਉਹਨਾਂ ਦੇ ਉੱਤੇ ਅਸੀਂ ਹੋਰ ਲਾਂਛਨ ਲਾ ਰਹੇ ਹਾਂ, ਦੋਸ਼ ਮੜ ਰਹੇ ਹਾਂ ਉਹਨਾਂ ਉੱਤੇ। ਸੋ ਬੇਨਤੀ ਹੈ, ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਦਾ ਸਮਾਂ ਹੈ। ਸੋ ਸਾਰੇ ਆਪਾਂ ਉਹਨਾਂ ਦੇ ਨਾਲ ਖੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।